ਟੈਕਨੀਕ ਇਜ਼ ਡਬਲ ਬਿਨ ਸਿਸਟਮ। ਡਬਲ ਬਿਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਦੋ ਕੰਪਾਰਟਮੈਂਟਸ ਦੇ ਵਿੱਚ ਜਾਂ ਫਿਰ ਦੋ ਡਿਪਾਰਟਮੈਂਟਸ ਦੇ ਵਿੱਚ ਜਿਹੜਾ ਮਟੀਰੀਅਲ ਹੈ ਉਸਨੂੰ ਰੱਖ ਲੈਂਦੇ ਨੇ। ਕਿਉਂਕਿ ਇਹਨਾਂ ਦੇ ਕੋਲ ਕੀ ਹੁੰਦਾ, ਸਮਾਲ ਔਰਗਨਾਈਜੇਸ਼ਨ ਦੇ ਵਿੱਚ ਅਡੋਪਟ ਹੁੰਦਾ ਵੀ ਜਿਨ੍ਹਾਂ ਕੋਲ ਜ਼ਿਆਦਾ ਜਿਹੜੀਆਂ ਹਿਊਗ ਟੈਕਨੀਕਸ ਨੇ ਜਾਂ ਫਿਰ ਹਿਊਗ ਇਨਵੈਸਟਮੈਂਟ ਲਗਾਉਣ ਦੀ ਜਿਹੜੀ ਕੈਪੈਸਿਟੀ ਆ ਉਹ ਨਹੀਂ ਹੈ, ਤਾਂ ਉਹ ਕੀ ਕਰਦੇ ਨੇ, ਮਟੀਰੀਅਲ ਨੂੰ ਦੋ ਡਿਪਾਰਟਮੈਂਟਸ ਦੇ ਵਿੱਚ ਅਵੇਲੇਬਲ ਕਰ ਲੈਂਦੇ ਨੇ। ਸਭ ਤੋਂ ਪਹਿਲਾਂ ਉਸ ਮਟੀਰੀਅਲ ਨੂੰ ਯੂਜ਼ ਕਰਦੇ ਨੇ ਜੋ ਫਸਟ ਡਿਪਾਰਟਮੈਂਟ ਦੇ ਵਿੱਚ ਰੱਖਿਆ। ਜਦੋਂ ਫਸਟ ਡਿਪਾਰਟਮੈਂਟ ਦਾ ਮਟੀਰੀਅਲ ਜਿਹੜਾ ਫੁੱਲੀ ਕੰਜ਼ਿਊਮ ਹੋ ਜਾਂਦਾ, ਉਸ ਦੀ ਫੁੱਲੀ ਰਿਕੁਆਇਰਮੈਂਟ ਫਿਨਿਸ਼ ਹੋ ਜਾਂਦੀ ਹੈ, ਤਾਂ ਉਹ ਕੀ ਕਰ ਲੈਣਗੇ, ਸੈਕਿੰਡ ਡਿਪਾਰਟਮੈਂਟ ਦੇ ਕੋਲ ਚਲੇ ਜਾਂਦੇ ਨੇ, ਤਾਂ ਉੱਥੋਂ ਆਪਣਾ ਮਟੀਰੀਅਲ ਜਿਹੜਾ ਉਹ ਇਸ਼ੂ ਕਰਵਾ ਲੈਂਦੇ ਨੇ। ਤਾਂ ਉਹ ਸਿਸਟਮ ਕੀ ਹੈ, ਡਬਲ ਬਿਨ ਸਿਸਟਮ। The materials are stored in bins which are divided into two compartments. There can be two racks, two shelves, या फिर same shelf can be divided into two. Materials are issued for production from first compartment and material from the second compartment are not touched in regular course. क्योंकि ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਫਸਟ ਕੰਪਾਰਟਮੈਂਟ ਦੇ ਮਟੀਰੀਅਲ ਨੂੰ ਫੁੱਲੀ ਯੂਟੀਲਾਈਜ਼ ਕਰਾਂਗੇ। ਆਪਾਂ ਉਦੋਂ ਤੱਕ ਜਿਹੜਾ ਸੈਕਿੰਡ ਕੰਪਾਰਟਮੈਂਟ ਦਾ ਮਟੀਰੀਅਲ ਉਸਨੂੰ ਆਪਾਂ ਨਹੀਂ ਟੱਚ ਕਰਾਂਗੇ। ਠੀਕ ਹੈ। ਵੈਨ ਦਾ ਮਟੀਰੀਅਲ ਇਨ ਦਾ ਫਸਟ ਕੰਪਾਰਟਮੈਂਟ ਆਰ ਫੁੱਲੀ ਕੰਜ਼ਿਊਮਡ ਐਂਡ ਆਰਡਰ ਇਜ਼ ਪਲੇਸਡ। ਜਦੋਂ ਫੁੱਲੀ ਕੰਜ਼ਿਊਮ ਹੋ ਗਿਆ ਜਾਂ ਫੁੱਲੀ ਯੂਟੀਲਾਈਜ਼ਡ ਹੋਗਾ ਤਾਂ ਆਪਾਂ ਸੈਕਿੰਡ ਆਰਡਰ ਪਾਸ ਕਰਾਂਗੇ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਡਬਲ ਬਿਨ ਸਿਸਟਮ। ਨੈਕਸਟ ਕੀ ਹੈ, ਇਨਪੁਟ ਆਊਟਪੁੱਟ ਰੇਸ਼ੋ। ਇਨਪੁੱਟ ਕਿੰਨੇ ਇਨਪੁੱਟਸ ਲਗਾ ਕੇ ਕਿੰਨੀ ਆਊਟਪੁੱਟ ਹੈ ਜਿਹੜੀ ਉਹ ਹੋ ਰਹੀ ਹੈ। ਦੇਖੋ ਇਨਪੁਟ ਆਊਟਪੁੱਟ ਦਾ ਫਾਰਮੂਲਾ ਕੀ ਹੈ, ਯੂਨਿਟਸ ਆਫ ਇਨਪੁੱਟ ਅਪੋਨ ਆਊਟਪੁੱਟ ਇੰਟੂ 100। ਦੇਖੋ ਇੱਕ ਐਗਜ਼ਾਮਪਲ ਹੈ, ਇਫ 1080 ਯੂਨਿਟਸ ਆਰ ਇੰਟਰੋਡਿਊਸਡ ਇਨਟੂ ਏ ਪ੍ਰੋਸੈਸ, ਤਾਂ ਇਹ ਕੀ ਹੈ, ਇਨਪੁੱਟ ਹੈ। ਪ੍ਰੋਸੈਸ ਦੇ ਵਿੱਚ ਕੀ ਹੁੰਦੀ ਹੈ, ਆਲਵੇਜ਼ ਇਨਪੁੱਟ ਹੁੰਦੀ ਹੈ। ਅਤੇ ਆਊਟਪੁੱਟ ਕਿੰਨੀ ਹੈ, 900 ਯੂਨਿਟਸ। ਤਾਂ ਪਰਸੈਂਟੇਜ ਕਿਸ ਤਰ੍ਹਾਂ ਕੈਲਕੂਲੇਟ ਕਰ ਲਵਾਂਗੇ ਆਪਾਂ, ਇਨਪੁੱਟ ਅਪੋਨ ਆਊਟਪੁੱਟ ਇੰਟੂ 100। ਦੈਨ ਇਨਵੈਂਟਰੀ ਟਰਨਓਵਰ ਰੇਸ਼ੋ, ਇਹ ਤੁਹਾਨੂੰ ਮੈਂ ਰੇਸ਼ੋਜ਼ ਦੇ ਵਿੱਚ ਵੀ ਕਰਵਾ ਦਿੱਤਾ ਕਿ ਕੀ ਹੁੰਦਾ, COGS ਅਪੋਨ ਐਵਰੇਜ ਇਨਵੈਂਟਰੀ ਹੁੰਦੀ ਹੈ, ਉਹ ਚੀਜ਼ ਆ ਗਈ ਇਹ। ਨੈਕਸਟ 20th ਇਲਸਟ੍ਰੇਸ਼ਨ ਦੇਖੋ। ਸਭ ਤੋਂ ਪਹਿਲਾਂ ਆਪਾਂ ਨੂੰ ਮਟੀਰੀਅਲ ਇਨ ਹੈਂਡ ਹੈ 2015 ਦੇ ਵਿੱਚ, ਅਤੇ ਫਿਰ ਐਂਡ ਦੇ ਵਿੱਚ ਹੈ 15 ਦੇ, ਅਤੇ ਫਿਰ ਡਿਊਰਿੰਗ ਦਾ ਈਅਰ ਹੈ। ਤਾਂ ਆਪਾਂ ਨੂੰ ਇਹ ਪਤਾ ਲੱਗ ਗਿਆ, ਦੇਖੋ ਜੋ 1/1/15 ਹੈ ਉਹ ਕਿਹੜਾ ਆਪਣਾ ਓਪਨਿੰਗ ਹੈ, ਜੋ 31 ਦਸੰਬਰ ਨੂੰ ਹੈ ਉਹ ਕੀ ਆਪਣਾ ਕਲੋਜ਼ਿੰਗ ਹੈ। ਤਾਂ ਆਪਾਂ ਨੂੰ ਦੇਖੋ ਇਨਵੈਂਟਰੀ ਵੈਲੂਏਸ਼ਨ ਕਰਦੇ ਹਾਂ ਜਦੋਂ ਆਪਾਂ ਨੂੰ ਕਿਹੜੀ ਪੁੱਛੀ ਹੈਗੀ, ਮਟੀਰੀਅਲ ਟਰਨਓਵਰ ਰੇਸ਼ੋ ਜਾਂ ਫਿਰ ਇਨਵੈਂਟਰੀ ਟਰਨਓਵਰ ਰੇਸ਼ੋ। ਇਨਵੈਂਟਰੀ ਟਰਨਓਵਰ ਰੇਸ਼ੋ ਦਾ ਫਾਰਮੂਲਾ ਕੀ ਹੁੰਦਾ, COGS ਅਪੋਨ ਐਵਰੇਜ ਇਨਵੈਂਟਰੀ ਐਟ ਕੋਸਟ। COGS ਦਾ ਫਾਰਮੂਲਾ ਮੈਂ ਰੇਸ਼ੋਜ਼ ਦੇ ਵਿੱਚ ਦੱਸਿਆ ਸੀ, ਕੀ ਹੁੰਦਾ, ਓਪਨਿੰਗ ਸਟਾਕ ਪਲੱਸ ਪਰਚੇਜ਼ਸ ਮਾਈਨਸ ਕਲੋਜ਼ਿੰਗ ਸਟਾਕ। ਤਾਂ ਓਪਨਿੰਗ ਸਟਾਕ ਕਿੰਨਾ ਹੈ, 25,000। ਠੀਕ ਹੈ, ਪਲੱਸ ਪਰਚੇਜ਼ਸ ਕਿਹੜੀ ਹੈ, ਮਟੀਰੀਅਲ ਪਰਚੇਜ਼ਡ ਡਿਊਰਿੰਗ ਦਾ ਈਅਰ। ਤਾਂ ਆਪਾਂ ਕੀ ਕਰਾਂਗੇ, 25,000 ਆਪਣਾ ਕੀ ਹੈ, ਓਪਨਿੰਗ ਸਟਾਕ ਹੈ, ਪਲੱਸ ਕਰਾਂਗੇ ਪਰਚੇਜ਼ ਕਿੰਨੇ ਦੀ ਹੈ, 190,000 ਦੀ। ਤਾਂ ਇਹਨੂੰ ਐਡਅਪ ਕਰੋਗੇ, ਮਾਈਨਸ ਕੀ ਹੁੰਦਾ ਕਲੋਜ਼ਿੰਗ ਸਟਾਕ। ਤਾਂ ਕਲੋਜ਼ਿੰਗ ਸਟਾਕ ਕਿੰਨਾ ਹੈ, 15,000 ਦਾ। ਤਾਂ ਤੁਹਾਡੇ ਕੋਲ COGS ਆ ਗਿਆ 2 ਲੱਖ ਰੁਪੀਜ਼ ਦਾ। ਸੇਮ ਤੁਸੀਂ ਵਾਈ ਦਾ ਕਰ ਲਓਗੇ, 87,500 ਦੇ ਵਿੱਚ 125,000 ਪਲੱਸ ਕਰੋਗੇ, ਮਾਈਨਸ ਕਰੋਗੇ 62,500 ਰੁਪੀਜ਼। ਤਾਂ ਤੁਹਾਡੇ ਕੋਲ ਕੀ ਆ ਜਾਏਗਾ, COGS ਆ ਜਾਏਗਾ। ਹੁਣ COGS ਦੇ ਅਪੋਨ ਕੀ ਕਰਦੇ ਹੁੰਦੇ ਆ ਆਪਾਂ, ਐਵਰੇਜ ਇਨਵੈਂਟਰੀ। ਐਵਰੇਜ ਇਨਵੈਂਟਰੀ ਕਿਸ ਤਰ੍ਹਾਂ ਕੈਲਕੂਲੇਟ ਹੁੰਦੀ ਹੈ, ਓਪਨਿੰਗ ਸਟਾਕ ਪਲੱਸ ਕਲੋਜ਼ਿੰਗ ਸਟਾਕ ਅਪੋਨ 2। ਫਿਰ ਹੀ ਐਵਰੇਜ ਕੈਲਕੂਲੇਟ ਕਰ ਸਕਦੇ ਹਾਂ ਆਪਾਂ। ਐਵਰੇਜ ਸਟਾਕ ਕਿਵੇਂ ਕੈਲਕੂਲੇਟ ਹੁੰਦਾ, ਓਪਨਿੰਗ ਸਟਾਕ ਪਲੱਸ ਕਲੋਜ਼ਿੰਗ ਅਪੋਨ 2। ਤਾਂ ਓਪਨਿੰਗ ਕਿੰਨਾ ਹੈ, 25 ਹੈ, ਕਲੋਜ਼ਿੰਗ ਕਿੰਨਾ ਹੈ, 15 ਹੈ। ਤਾਂ ਐਡਅਪ ਕੀਤਾ ਅਪੋਨ 2 ਕਰਕੇ ਆਪਣੇ ਕੋਲ ਕੀ ਆ ਗਿਆ, ਐਵਰੇਜ ਇਨਵੈਂਟਰੀ ਆ ਗਿਆ। ਤਾਂ ਆਪਾਂ ਨੂੰ ਕੀ ਚਾਹੀਦੀ ਹੈ, ਮਟੀਰੀਅਲ ਟਰਨਓਵਰ ਰੇਸ਼ੋ ਚਾਹੀਦੀ ਹੈ, COGS ਅਪੋਨ ਐਵਰੇਜ ਇਨਵੈਂਟਰੀ ਕਿੰਨਾ ਆ ਗਿਆ ਆਪਣੇ ਕੋਲ, 10 ਆ ਗਿਆ। ਅਤੇ ਜੇ ਆਪਾਂ ਨੂੰ ਟਾਈਮ ਪੀਰੀਅਡ ਕਹਿ ਦੇਣ ਤਾਂ ਕੀ ਹੁੰਦਾ, ਜਿੰਨੀ ਰੇਸ਼ੋ ਆ ਗਈ ਉਸਨੂੰ ਅਪੋਨ ਦੇ ਵਿੱਚ ਉੱਪਰ ਆਪਾਂ ਕੀ ਕਰਾਂਗੇ, ਡੇਜ਼ ਕਰਾਂਗੇ। ਤਾਂ ਡੇਜ਼ ਕਿੰਨੇ ਹੁੰਦੇ ਨੇ ਆਪਣੇ, 365। ਤਾਂ ਇਹ ਤੁਹਾਡੀ ਕੀ ਹੋਊਗੀ, ਮਟੀਰੀਅਲ ਟਰਨਓਵਰ ਰੇਸ਼ੋ ਹੋਊਗੀ। ਤਾਂ ਜੇ ਨੈਕਸਟ 21th ਇਲਸਟ੍ਰੇਸ਼ਨ ਇਸ ਨੂੰ ਟਰਾਈ ਕਰ ਲਓ ਇੱਕ ਵਾਰ। ਦੈਨ ਆਪਣੀ ਨੈਕਸਟ ਟੈਕਨੀਕ ਹੈ FNST ਐਨਾਲਿਸਿਸ। FNST ਐਨਾਲਿਸਿਸ ਦਾ ਮੀਨਸ ਕੀ ਹੁੰਦਾ, ਆਪਣੇ ਕੋਲ 4 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਦਿੱਤਾ ਆਪਾਂ ਨੂੰ। F ਦੇ ਵਿੱਚ ਕੀ ਹੁੰਦੀਆਂ ਨੇ, ਫਾਸਟ ਮੂਵਿੰਗ। N ਦੇ ਵਿੱਚ ਕੀ ਹੁੰਦੀਆਂ ਨੇ, ਨੋਰਮਲ ਮੂਵਿੰਗ। S ਦੇ ਵਿੱਚ ਕਿਹੜੀਆਂ ਹੁੰਦੀਆਂ ਨੇ, ਸਲੋ ਮੂਵਿੰਗ। ਅਤੇ D ਦੇ ਵਿੱਚ ਆਉਂਦੇ ਨੇ ਡੈਡ ਆਈਟਮਸ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੋ ਜਾਂਦੀ। ਤਾਂ ਮੋਸਟਲੀ ਆਪਣੇ ਲਈ ਇੰਪੋਰਟੈਂਟ ਕੀ ਹੈ, ਨੋਰਮਲ ਮੂਵਿੰਗ ਆਈਟਮਸ ਜਿਹੜੇ ਆਪਾਂ ਨੂੰ ਟਾਈਮ ਟੂ ਟਾਈਮ ਰਿਵਿਊ ਕਰਦੇ ਰਹਿਣਾ ਚਾਹੀਦਾ, ਤਾਂ ਕਿ ਜਿਹੜਾ ਰੈਗੂਲਰ ਸਪੇਨ ਆਫ ਟਾਈਮ ਹੈ ਜਾਂ ਫਿਰ ਆਪਣੇ ਆਰਡਰਸ ਨੇ ਉਹ ਪ੍ਰੋਪਰ ਕੀ ਹੋ ਜਾਣ, ਪਾਸ ਆਊਟ ਹੋ ਜਾਣ। ਨੈਕਸਟ ਟੈਕਨੀਕ ਇਜ਼ ਮਟੀਰੀਅਲ ਜਾਂ ਇਨਵੈਂਟਰੀ ਕਾਸਟ ਰਿਪੋਰਟਸ। ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, 3 ਡਿਪਾਰਟਮੈਂਟਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ, ਪਰਚੇਜ਼, ਸਟੋਰ ਅਤੇ ਕੰਜ਼ੰਪਸ਼ਨ ਦੇ ਵਿੱਚ। ਕਿਉਂਕਿ ਆਪਾਂ ਕੀ ਕਰਦੇ ਹਾਂ, ਮਟੀਰੀਅਲ ਰਿਪੋਰਟਸ ਪ੍ਰੀਪੇਅਰ ਕਰਕੇ ਹਰ ਇੱਕ ਲੈਵਲ 'ਤੇ ਹਰ ਇੱਕ ਡਿਪਾਰਟਮੈਂਟ ਤੁਸੀਂ ਅਵੇਲੇਬਿਲਟੀ ਕਰਵਾਉਂਦੇ ਆ। ਤਾਂ ਆਪਾਂ ਉਸ ਦੇ ਵਿੱਚ ਆਪਾਂ 3 ਕਾਲਮਸ ਪ੍ਰੀਪੇਅਰ ਕਰ ਲੈਂਦੇ ਹਾਂ, ਪਰਚੇਜ਼, ਸਟੋਰ ਅਤੇ ਕੰਜ਼ੰਪਸ਼ਨ। ਕਿੰਨਾ ਪਰਚੇਜ਼ ਕੀਤਾ, ਕਿੰਨਾ ਸਟੋਰ ਕੀਤਾ ਸੀ ਉਸ ਦੇ ਲਈ, ਅਤੇ ਕਿੰਨੀ ਆਪਣੀ ਕੰਜ਼ੰਪਸ਼ਨ ਹੈ। ਆਪਾਂ ਉਸ ਨੂੰ ਕੀ ਕਰਦੇ ਹਾਂ, ਮਟੀਰੀਅਲ ਕਾਸਟ ਰਿਪੋਰਟ। ਇਹਨਾਂ ਨੂੰ ਆਪਾਂ ਇੱਕ ਰਿਪੋਰਟਸ ਦੇ ਵਿੱਚ ਰਿਟਨ ਫਾਰਮ ਦੇ ਵਿੱਚ ਮੇਨਟੇਨ ਕਰਕੇ ਡਿਫਰੈਂਟ ਡਿਪਾਰਟਮੈਂਟਸ ਤੱਕ ਇਹਨਾਂ ਦੀ ਅਵੇਲੇਬਿਲਟੀ ਕਰਵਾ ਦਿੰਦੇ ਆ। ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਨੈਕਸਟ ਟੋਪਿਕ ਅਤੇ ਨੈਕਸਟ ਚੈਪਟਰ। ਥੈਂਕ ਯੂ।